हाँ जी स्टूडेंट्स, ਆਪਾਂ ਜਿਹੜਾ ਸਟਾਫਿੰਗ ਦਾ ਪ੍ਰੋਸੈਸ ਹੈ ਉਹ ਡਿਸਕਸ ਕਰ ਰਹੇ ਸੀ। ਤਾਂ 7th ਪੁਆਇੰਟ ਦੇਖੋ, ਪਰਫਾਰਮੈਂਸ ਅਪਰੇਜ਼ਲ। ਆਫਟਰ ਐਨ EMPLOYEE ਹੈਜ਼ ਵਰਕਡ ਇਨ ਐਨ ਆਰਗੇਨਾਈਜੇਸ਼ਨ ਫॉर ਅ ਡੈਫੀਨਿਟ ਪੀਰੀਅਡ ਇਟ ਇਜ਼ ਐਸੈਂਸ਼ੀਅਲ ਟੂ ਇਵੈਲੂਏਟ ਹਿਜ਼ ਪਰਫਾਰਮੈਂਸ। ਜਦੋਂ ਵੀ ਕੋਈ EMPLOYEE ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕਾਫੀ ਸਾਰਾ ਟਾਈਮ ਉਹ ਕੰਮ ਕਰ ਲੈਂਦਾ ਤਾਂ ਉਸ ਤੋਂ ਬਾਅਦ ਉਹਦੀ ਜਿਹੜੀ ਪਰਫਾਰਮੈਂਸ ਆ ਉਹਨੂੰ ਚੈੱਕ ਕੀਤਾ ਜਾਂਦਾ। Under performance appraisal, the performance of the employee is evaluated in comparison to some predetermined standards। ਇਹਦੇ ਵਿੱਚ ਜਿਹੜੇ ਪਰਫਾਰਮੈਂਸ ਆ ਜਾਂ ਪਰਫਾਰਮੈਂਸ ਅਪਰੇਜ਼ਲ ਇਹਦਾ ਮਤਲਬ ਇਹ ਹੈ ਕਿ ਜਿਹੜਾ ਇੰਪਲੋਈ ਆ ਉਹਨੇ ਪੂਰੇ ਸਾਲ ਦੇ ਵਿੱਚ ਜਾਂ ਕੁਛ ਮਹੀਨਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਪਰਫਾਰਮੈਂਸ ਦਿੱਤੀ ਆ ਉਹਨੂੰ ਪਹਿਲਾਂ ਤੋਂ ਸੈੱਟ ਕੀਤੇ ਹੋਏ ਸਟੈਂਡਰਡ ਦੇ ਨਾਲ ਕੰਪੇਅਰ ਕਰਦੇ ਆ। If the performance of the employee is good, he is encouraged to maintain that level of performance। ਜੇ ਉਹ ਇੰਪਲੋਈ ਵਧੀਆ ਪਰਫਾਰਮੈਂਸ ਕਰ ਰਿਹਾ ਹੈ ਤਾਂ ਉਸ ਨੂੰ ਇਨਕਰੇਜ ਕੀਤਾ ਜਾਂਦਾ ਕਿ ਤੂੰ ਇਸੇ ਲੈਵਲ ਨੂੰ ਪਰਫਾਰਮ ਕਰਦਾ ਰਹੇ, ਮਤਲਬ ਜਾਂ ਇੱਦਾਂ ਹੀ ਵਧੀਆ ਪਰਫਾਰਮੈਂਸ ਆਪਦੀ ਦਿੰਦਾ ਰਹੇ। ਬਟ ਇਫ ਦਾ ਪਰਫਾਰਮੈਂਸ ਆਫ ਦਾ ਇੰਪਲੋਈ ਇਜ਼ ਪੂਅਰ, ਹੀ ਇਜ਼ ਮੋਟੀਵੇਟਡ ਟੂ ਇੰਪਰੂਵ ਹਿਜ਼ ਪਰਫਾਰਮੈਂਸ। ਬਟ ਜੇ ਕਿਸੇ ਇੰਪਲੋਈ ਦੀ ਜਿਹੜੀ ਪਰਫਾਰਮੈਂਸ ਉਹ ਵਧੀਆ ਨਹੀਂ ਹੈਗੀ ਤਾਂ ਉਹਨੂੰ ਮੋਟੀਵੇਟ ਕੀਤਾ ਜਾਂਦਾ ਕਿ ਤੂੰ ਆਪਦੀ ਪਰਫਾਰਮੈਂਸ ਨੂੰ ਇੰਪਰੂਵ ਕਰ। ਬਟ ਇਫ still there is no improvement, then strict actions may be taken against the employee। but ਜੇ ਉਹਦੀ ਇੰਪਰੂਵਮੈਂਟ ਫਿਰ ਵੀ ਨਹੀਂ ਆਉਂਦੀ ਉਹਦੇ ਕੰਮ ਦੇ ਵਿੱਚ ਤਾਂ ਉਹਦੇ ਅਗੇਂਸਟ ਜਿਹੜੇ ਸਟ੍ਰਿਕਟ ਐਕਸ਼ਨ ਆ, ਮਤਲਬ ਸਖਤ ਐਕਸ਼ਨ ਲਏ ਜਾ ਸਕਦੇ ਆ। thus performance appraisal helps in achieving and maintaining high efficiency levels in the organization। ਸੋ ਇਸ ਤਰੀਕੇ ਨਾਲ ਜਿਹੜਾ ਪਰਫਾਰਮੈਂਸ ਅਪਰੇਜ਼ਲ ਹੁੰਦਾ ਹੈ ਇਹਦੇ ਨਾਲ ਕਿਸੇ ਵੀ ਸੰਸਥਾ ਦੇ ਵਿੱਚ ਅਸੀਂ ਜਿਹੜੇ ਹਾਈ ਲੈਵਲ ਦੀ ਐਫੀਸ਼ੀਐਂਸੀ ਆ ਉਹਨੂੰ ਅਚੀਵ ਕਰ ਸਕਦੇ ਹਾਂ ਅਤੇ ਉਸ ਨੂੰ ਮੇਨਟੇਨ ਕਰ ਸਕਦੇ ਹਾਂ। ਜਨਰਲੀ ਪਰਫਾਰਮੈਂਸ ਅਪਰੇਜ਼ਲ ਆਫ ਐਨ EMPLOYEE ਇਜ਼ ਡਨ ਬਾਈ ਹਿਜ਼ ਸੁਪੀਰੀਅਰਸ। ਜਿਹੜਾ ਪਰਫਾਰਮੈਂਸ ਅਪਰੇਜ਼ਲ ਹੈ ਜਿਹੜੇ ਉਸ ਕੰਪਨੀ ਦੇ ਵਿੱਚ ਸੁਪੀਰੀਅਰ ਹੁੰਦੇ ਉਹਨਾਂ ਦੁਆਰਾ ਕੀਤਾ ਜਾਂਦਾ। ਨੈਕਸਟ ਇਹਦੇ ਵਿੱਚ ਸਟੈਪ ਹੈ ਪ੍ਰਮੋਸ਼ਨ ਐਂਡ ਟਰਾਂਸਫਰ। ਪ੍ਰਮੋਸ਼ਨ ਐਂਡ ਟਰਾਂਸਫਰ ਆਰ ਟੂ ਇੰਪੋਰਟੈਂਟ ਕੰਪੋਨੈਂਟਸ ਆਫ ਅ ਪ੍ਰੋਸੈਸ ਆਫ ਸਟਾਫਿੰਗ। ਜਿਹੜਾ ਪ੍ਰਮੋਸ਼ਨ ਅਤੇ ਟਰਾਂਸਫਰ ਹੈ ਇਹ ਜਿਹੜਾ ਸਟਾਫਿੰਗ ਨਾਂ ਦਾ ਆਪਾਂ ਪ੍ਰੋਸੈਸ ਡਿਸਕਸ ਕਰ ਰਹੇ ਹਾਂ ਉਹਦੇ ਦੋ ਇੰਪੋਰਟੈਂਟ ਕੰਪੋਨੈਂਟ ਨੇ, ਹਿੱਸੇ ਨੇ। Under the process of promotion, an employee is given a senior post in the place of his previous post on the basis of his seniority, qualification, skill, efficiency and experience etc। ਇਹਦੇ ਵਿੱਚ ਕੀ ਕੀਤਾ ਜਾਂਦਾ, ਕੋਈ ਪਰਸਨ ਪਹਿਲਾਂ ਛੋਟੀ ਪੋਸਟ 'ਤੇ ਸੀਗਾ, ਹੁਣ ਉਸ ਤੋਂ ਉਹਦੀ ਹਾਇਰ ਪੋਸਟ 'ਤੇ ਉਹਨੂੰ ਲਗਾ ਦਿੱਤਾ ਜਾਂਦਾ ਵਾ। ਹੁਣ ਉਹਨੂੰ ਜਿਹੜੀ ਹਾਇਰ ਪੋਸਟ ਮਿਲਦੀ ਹੈ ਉਹਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ, ਉਹਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਜਾਂ ਉਹਦੀ ਸੀਨੀਅਰਿਟੀ ਦੇ ਹਿਸਾਬ ਨਾਲ ਜਾਂ ਉਹਦੀ ਜਿਹੜੇ ਸਕਿੱਲਸ ਨੇ ਉਹਦੇ ਹਿਸਾਬ ਨਾਲ ਉਹਨੂੰ ਹਾਇਰ ਪੋਸਟ ਦਿੱਤੀ ਜਾਂਦੀ ਆ। ਤਾਂ ਇਹਨੂੰ ਆਪਾਂ ਪ੍ਰਮੋਸ਼ਨ ਕਹਿ ਦਿੰਦੇ ਹਾਂ। ਡਿਊ ਟੂ ਪ੍ਰਮੋਸ਼ਨ ਦਾ ਇੰਪਲੋਈ ਗੈਟਸ ਮੋਰ ਕੰਪਨਸੇਸ਼ਨ। ਉਹਨੂੰ ਜ਼ਿਆਦਾ ਤਨਖਾਹ ਮਿਲਦੀ ਆ, ਬੈਟਰ ਵਰਕਿੰਗ ਕੰਡੀਸ਼ਨਸ ਮਿਲਦੀਆਂ ਨੇ, ਜ਼ਿਆਦਾ ਸੋਸ਼ਲ ਰੈਕਗਨੀਸ਼ਨ ਮਿਲਦੀ ਆ, ਮਤਲਬ ਸਮਾਜ ਦੇ ਵਿੱਚ ਉਹਦੀ ਹੋਰ ਵਧੀਆ ਇਮੇਜ ਬਣਦੀ ਆ, ਅਲੋਂਗ ਵਿਦ ਇਨਕਰੀਜ਼ਡ ਰਿਸਪੋਂਸੀਬਿਲਿਟੀ। ਐਂਡ ਉਹਦੇ ਨਾਲ ਹੀ ਉਹਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਆ। ਹੀ ਆਲਸੋ ਗੈਟਸ ਮੋਰ ਓਪਰਚੁਨਿਟੀਜ਼ ਫॉर ਡਿਵੈਲਪਮੈਂਟ ਦੈਨ ਬਿਫੋਰ। ਹੁਣ ਉਹਨੂੰ ਪਹਿਲਾਂ ਨਾਲੋਂ ਜ਼ਿਆਦਾ ਡਿਵੈਲਪਮੈਂਟ ਦੇ ਮੌਕੇ ਮਿਲਦੇ ਆ। ਦਸ ਪ੍ਰੋਸੈਸ ਆਫ ਪ੍ਰਮੋਸ਼ਨ ਮੋਟੀਵੇਟ ਦਾ ਇੰਪਲੋਈਜ਼ ਟੂ ਇੰਪਰੂਵ ਦੇਅਰ ਐਫੀਸ਼ੀਐਂਸੀ। ਤਾਂ ਅਸੀਂ ਕਹਿ ਸਕਦੇ ਹਾਂ ਜਿਹੜਾ ਪ੍ਰਮੋਸ਼ਨ ਦਾ ਪ੍ਰੋਸੈਸ ਹੈ ਇਹਦੇ ਜਿਹੜੇ ਇੰਪਲੋਈ ਆਪਦੀ ਐਫੀਸ਼ੀਐਂਸੀ ਨੂੰ ਇੰਪਰੂਵ ਕਰ ਲੈਂਦੇ ਆ। ਨੈਕਸਟ ਹੈ ਇਹਦੇ ਵਿੱਚ ਅਗਲਾ ਪੁਆਇੰਟ, employees are regularly transferred to। under this process employees are shifted to a functional post similar to their existing post। employees ਦੀ ਟਰਾਂਸਫਰ ਵੀ ਹੁੰਦੀ ਰਹਿੰਦੀ ਆ ਇਸ ਪ੍ਰੋਸੈਸ ਦੇ ਵਿੱਚ। ਜਿਹੜੇ employees ਨੇ ਉਹਨਾਂ ਨੂੰ ਇੱਕ ਪੋਸਟ ਤੋਂ ਦੂਜੀ ਪੋਸਟ ਮਤਲਬ ਸਿਮਿਲਰ ਲੈਵਲ 'ਤੇ ਭੇਜਿਆ ਜਾ ਸਕਦਾ ਵਾ। ਟਰਾਂਸਫਰ ਮੇ ਬੀ ਇਨ ਡਿਫਰੈਂਟ ਬ੍ਰਾਂਚਿਸ ਔਰ ਡਿਪਾਰਟਮੈਂਟਸ ਆਫ ਦਾ ਸੇਮ ਆਰਗੇਨਾਈਜੇਸ਼ਨ ਔਰ ਇਟ ਮੇ ਆਲਸੋ ਬੀ ਮੇਡ ਫਰੋਮ ਵਨ ਆਰਗੇਨਾਈਜੇਸ਼ਨ ਟੂ ਅਨਦਰ ਆਰਗੇਨਾਈਜੇਸ਼ਨ। ਹੁਣ ਜਿਹੜੀ ਇਹ ਟਰਾਂਸਫਰ ਆ ਇਹ ਇੱਕ ਡਿਪਾਰਟਮੈਂਟ ਤੋਂ ਦੂਜੇ ਡਿਪਾਰਟਮੈਂਟ ਤੱਕ ਹੋ ਸਕਦੀ ਆ, ਇੱਕ ਬ੍ਰਾਂਚ ਤੋਂ ਦੂਜੀ ਬ੍ਰਾਂਚ, ਬਟ ਆਰਗੇਨਾਈਜੇਸ਼ਨ ਸੇਮ ਹੀ ਹੁੰਦੀ ਆ। ਦਿਸ ਹੈਲਪਸ ਟੂ ਫੁਲਫਿਲ ਦਾ ਸਪੈਸੀਫਿਕ ਨੀਡਸ ਆਫ ਈਦਰ ਦਾ ਇੰਪਲੋਈ ਔਰ ਦਾ ਆਰਗੇਨਾਈਜੇਸ਼ਨ। ਸੋ ਇਹਦੇ ਨਾਲ ਚਾਹੇ ਮੰਨ ਲਓ ਕੋਈ ਇੰਪਲੋਈ ਆ ਉਹਦਾ ਕੋਈ ਇਸ ਤਰ੍ਹਾਂ ਦੀ ਬ੍ਰਾਂਚ ਆ ਜਿਹੜੀ ਉਹਦੇ ਘਰ ਦੇ ਨੇੜੇ ਆ ਤਾਂ ਉਹਨੂੰ ਉੱਥੇ ਟਰਾਂਸਫਰ ਕੀਤਾ ਜਾ ਸਕਦਾ। ਤਾਂ ਇਹ ਇੰਪਲੋਈ ਦੀ ਲੋੜ ਹੋ ਸਕਦੀ ਹੈ ਜਾਂ ਫਿਰ ਆਰਗੇਨਾਈਜੇਸ਼ਨ ਨੂੰ ਕਿਤੇ ਪਰਟੀਕੂਲਰ ਥਾਂ 'ਤੇ ਉਸ ਪਰਸਨ ਦੀ ਜ਼ਰੂਰਤ ਹੋ ਸਕਦੀ ਆ ਤਾਂ ਆਰਗੇਨਾਈਜੇਸ਼ਨ ਦੀ ਜ਼ਰੂਰਤ ਵੀ ਪੂਰੀ ਹੋ ਜਾਂਦੀ ਆ। Generally the aim of transfer is also to improve the performance of the employees। ਟਰਾਂਸਫਰ ਦਾ ਮੇਨ ਮੋਟਿਵ ਇਹ ਵੀ ਹੁੰਦਾ ਕਿ ਜਿੱਥੇ ਉਹ ਨਵੇਂ ਇਨਵਾਇਰਮੈਂਟ 'ਚ ਜਾ ਕੇ ਪਰਸਨ ਵਰਕ ਕਰੂਗਾ ਤਾਂ ਉਹਦੀ ਵੀ ਪਰਫਾਰਮੈਂਸ ਜਿਹੜੀ ਆ ਉਹ ਇੰਪਰੂਵ ਹੋਊਗੀ। ਅੱਗੇ ਹੈ ਰਿਟੈਂਸ਼ਨ। ਰਿਟੈਂਸ਼ਨ ਹੁੰਦਾ ਦਾ ਪ੍ਰੋਸੈਸ ਆਫ ਸਿਲੈਕਸ਼ਨ ਆਫ ਇੰਪਲੋਈ ਇਜ਼ ਵੈਰੀ ਲੌਂਗ ਐਂਡ ਐਕਸਪੈਂਸਿਵ। ਦੇਖੋ ਜਦੋਂ ਅਸੀਂ ਇੰਪਲੋਈਜ਼ ਨੂੰ ਸਿਲੈਕਟ ਕਰਕੇ ਰੱਖਦੇ ਹਾਂ ਤਾਂ ਉਹ ਕਾਫੀ ਜਿਹੜਾ ਪ੍ਰੋਸੈਸ ਹੈ ਮਹਿੰਗਾ ਪੈ ਜਾਂਦਾ ਅਤੇ ਕਾਫੀ ਲੰਬਾ ਹੁੰਦਾ। ਸੋ ਦੈਟਸ ਵਾਈ ਇਟ ਇਜ਼ ਐਸੈਂਸ਼ੀਅਲ ਦੈਟ ਇੰਪਲੋਈਜ਼ ਵੰਸ ਸਿਲੈਕਟਡ ਰਿਮੇਨ ਇਨ ਦਾ ਆਰਗੇਨਾਈਜੇਸ਼ਨ ਫॉर ਅ ਲੌਂਗ ਪੀਰੀਅਡ। ਤਾਂ ਇੱਥੇ ਲੋੜ ਪੈਂਦੀ ਹੈ ਵੀ ਜੇ ਅਸੀਂ ਇੱਕ ਵਾਰ ਇੰਪਲੋਈ ਸਿਲੈਕਟ ਕਰ ਲਏ ਤਾਂ
काफ़ी लंबा टाइम साडी ऑर्गेनाइजेशन दे विच ही काम करन। द प्रोसैस अडोप्टेड फॉर दिस परपज़ इज़ नोन एज रिटेंशन। इनू असीं रिटेंशन कहने, रिटेन हुंदा होल्ड करके रखना जां जिहड़े इंपलॉय काम ते लगे होए आ उन्हां नूं वध तों वध आपदी ही ऑर्गेनाइजेशन दे विच रखना। Under this process, such efforts are made which helps to retain the employees in the organization for a long period of time. So इस प्रोसैस दे विच की कीता जांदा, कुछ इदां दीयां कोशिशां कीतीआं जांदियां ने, कुछ इदां दे एफर्ट्स कीते जांदे आ जिहदे नाल असीं इंपलॉयज़ नूं आपदी ही ऑर्गेनाइजेशन दे विच लंबे समय दे लई रख सकीए। Under the process of retention, employees are paid fair remuneration, special allowance are paid to them। ਇਹਦੇ ਵਿੱਚ ਕੀ ਆ, ਇੰਪਲੋਈਜ਼ ਨੂੰ ਵਧੀਆ ਤਨਖਾਹ ਦਿੱਤੀ ਜਾਂਦੀ ਆ, ਉਹਨਾਂ ਨੂੰ ਵਰਕਿੰਗ ਕੰਡੀਸ਼ਨ ਵਧੀਆ ਦਿੱਤੀਆਂ ਜਾਂਦੀਆਂ ਨੇ, ਸਪੈਸ਼ਲ ਅਲਾਉੈਂਸ ਦਿੱਤੇ ਜਾਂਦੇ ਆ, ਠੀਕ ਆ, ਜਿਹਦੇ ਕਰਕੇ ਉਹ ਜਿਹੜੀ ਆਰਗੇਨਾਈਜੇਸ਼ਨ ਆ ਉਹਨੂੰ ਛੱਡ ਕੇ ਨਹੀਂ ਜਾਂਦੀ। ਇਸ ਤੋਂ ਇਲਾਵਾ ਇਨਕਰੇਜ them to achieve higher standards of performance and their compensation is also increased at regular intervals। ਇਹਦੇ ਵਿੱਚ ਕੀ ਆ, ਇੰਪਲੋਈਜ਼ ਨੂੰ ਮੌਕਾ ਦਿੱਤਾ ਜਾਂਦਾ ਵੀ ਤੁਸੀਂ ਜਿਵੇਂ ਜਿਵੇਂ ਆਪਦੀ ਪਰਫੋਰਮੈਂਸ ਇਨਕਰੀਜ਼ ਕਰੋਗੇ ਤੁਹਾਨੂੰ ज़्यादा सैलरी मिलूगी, ठीक है। सो इंपलॉयज़ आर गिवन सोशल सिक्योरिटी टू एंड दे आर गिवन स्पैशल अपॉर्चुनिटीज़ फॉर प्रमोशन एंड डिवेलपमेंट। उन्होंने समाजिक सिक्योरिटी भी मिलती है प्लस मौके भी मिलते हैं अगे आपकी जॉब के विच प्रमोशन के या डिवेलपमेंट के। सो अलॉन्ग विद दिस एफर्ट्स आर मेड टू प्रोवाइड बैटर वर्किंग कंडीशन। काम करने वाली थां के उपर वधिया उन्होंने जिहड़ियां कंडीशनस ने प्रोवाइड करवाइयां जांदियां ने। अपार्ट फ्रॉम दिस एफर्ट्स आर ऑल्सो मेड टू एस्टैबलिश पीसफुल रिलेशनस बिटवीन इंपलॉयज़ एंड मैनेजर्स। इहदे नाल जिन्ने भी वधिया जिवें मैनेजर हो गए या इंपलॉयज़ हो गए उन्होंने विचकार वधिया रिलेशनस नूं बनाउण दी, पीसफुल रिलेशन नूं बनाउण दी कोशिश भी की जाती है। ऑल दीज एफर्ट्स हैल्प टू रिटेन द इंपलॉयज़ इन द ऑर्गेनाइजेशन फॉर अ लॉन्ग पीरियड। सो ये सारियां कोशिशां करके जिहड़े इंपलॉय ने उस ऑर्गेनाइजेशन दे विच लंबा टाइम काम करदे आ। हुण इहदे विच लास्ट स्टैप है जी सैपरेशन। द प्रोसैस वेयर बाय इंपलॉयज़ लीव द ऑर्गेनाइजेशन इज़ नोन एज सैपरेशन। जदों भी कोई इंपलॉय जॉब नूं छड्ड दिंदा है जां ऑर्गेनाइजेशन छड्ड के चला जांदा तां उहनूं असीं सैपरेशन कहने आ। देयर आर सैवरल सच फैक्टर्स ड्यू टू विच इंपलॉयज़ लीव द ऑर्गेनाइजेशन। काफ़ी सारे पॉइंट्स ने जिन्हां करके जिहड़े इंपलॉयज़ ने वो ऑर्गेनाइजेशन नूं छड्ड के चले जाते हैं। तो ये कुछ मेन रीजनस ने। फस्ट रीजन है जी रिटायरमेंट। रिटायरमेंट की होंगी है, सेवरल इंपलॉयज़ वर्क इन एन ऑर्गेनाइजेशन अप टू अ स्पैसिफिक प्री डिटरमिंड एज एंड लीव द ऑर्गेनाइजेशन ड्यू टू रिटायरमेंट एट दैट स्पैसिफिक एज। हुण देखो हर एक ऑर्गेनाइजेशन ने एज रखी होंगी जिवें 60 साल 62 या 65 साल, ठीक है। सो जिहदी उन्नी उम्र पूरी हो जाती है तो रिटायरमेंट ले लैंदा, तो यह भी एक तरीका है सैपरेशन का। नैक्सट है ये रेजिग्नेशन। रेजिग्नेशन हुंदा वा अस्तीफा दे देना। सम इंपलॉयज़ लीव द ऑर्गेनाइजेशन आफ्टर रिजाइनिंग एज पर देयर विल। आपकी इच्छा के नाल ही रिजाइन दे जाते हैं। इसका कोई भी रीजन हो सकता, उन्होंने कोई पर्सनल रीजन, ठीक है। अगे है टर्मीनेशन। सम ऑफ द इंपलॉयज़ आर टर्मीनेटेड बाय द मैनेजर और द ओनर्स ऑफ द ऑर्गेनाइजेशन ड्यू टू देयर पुअर परफॉर्मेंस। कुछ इदां दे इंपलॉय होंदे जिन्हां दी परफॉर्मेंस वधिया नहीं होंदी, उन्होंने मैनेजर द्वारा या जिहड़े कंपनी के मालक आ उन्होंने द्वारा ही जॉब तो हटा दिता जाता, उन्होंने असीं कह दिंदे आ टर्मीनेशन। And last one is retrenchment. When an organization faces economic problems, it may terminate the services of some of its employees. This process is known as retrenchment. हुण कई बार की हुंदा वा भी जिवें मान लो इकनॉमिकली वो कंपनी आ जिहड़ी वो वधिया नहीं हैगी, फाइनैंशियली उहदी पोजीशन काफ़ी वीक आ, तां वो इन्ने वध इंपलॉयज़ नूं सैलरी नहीं दे सकदे, तां वो की करदे आ कुछ इंपलॉयज़ नूं इस कंडीशन करके घट जिवें कहंदे फाइनैंशियल हालत वीक होण करके कुछ इंपलॉयज़ नूं जॉब तो हटा देंगे आ, उन्होंने रिट्रेंचमेंट बोलते हैं, ठीक है जी। नैक्सट देखो ये ड्यू टू सैपरेशन ऑफ द इंपलॉयज़ न्यू इंपलॉयज़ हैव टू बी अपॉइंटेड बट अ हाई रेट ऑफ सैपरेशन ऑफ इंपलॉयज़ हैज़ हाईली एडवर्स इफैक्ट ऑन द ऑर्गेनाइजेशन। जिमें जिमें इंपलॉय जॉब छड्ड के जाणगे उहदे थां ते सानूं नवें अपॉइंट करने पैणगे, बट जे साडे कंपनी चों ज़्यादा इंपलॉय जा रहे हैं तो इहदा साडी ऑर्गेनाइजेशन के उपर इफैक्ट पऊगा। किवें इफैक्ट पऊगा, मतलब एक तरह की बैड रैपूटेशन हो जूगी लोगों के दिमाग दे विच भी पता नहीं उत्थे इस तरह की मतलब ऑर्गेनाइजेशन दे विच मैनेजर नहीं वधिया हैगे जां उन्हां दी मैनेजमेंट या ओनर वधिया नहीं हैगे, तां करके जिहड़े इंपलॉय जॉब छेती छड्ड रहे हैं। सो दिस इज़ सो बिकॉज एनी न्यू इंपलॉय टेक सम टाइम टू अचीव द स्टैंडर्ड एफिशिएंसी लैवल और द एफिशिएंसी लैवल ऑफ द ओल्ड इंपलॉयज़। क्योंकि जो भी कोई पर्सन नवा जॉब पर लगता वा उन्होंने कुछ समा लगता वा जिहदे नाल वो एक एफिशिएंसी लैवल है स्टैंडर्ड सैट किया उत्थे तक अपने आप को लिया सके, जां जिवें ओल्ड इंपलॉय काम करते उन्होंने वांगू काम करना उन्हें तो उन्होंने भी उस लैवल पर आने कुछ समा लगता। द कॉस्ट ऑफ न्यू रिक्रूटमेंट एंड सिलैक्शन इज़ ऑल्सो हाई। जे आप नवीं रिक्रूटमेंट
ਨਵੀਂ ਭਰਤੀ ਕਰਦੇ ਹਾਂ, ਸਿਲੈਕਸ਼ਨ ਕਰਦੇ ਹਾਂ ਤਾਂ ਇਹਦਾ ਵੀ ਕਾਫੀ ਖਰਚਾ ਪੈਂਦਾ। ਸੋ ਦੈਟਸ ਵਾਈ ਐਵਰੀ ਆਰਗੇਨਾਈਜੇਸ਼ਨ ਟਰਾਈਜ਼ ਟੂ ਕੀਪ ਦ ਰੇਟ ਆਫ ਸੈਪਰੇਸ਼ਨ ਐਜ਼ ਲੋ ਐਜ਼ ਪੋਸੀਬਲ। ਤਾਂ ਹਰ ਇੱਕ ਕੰਪਨੀ ਕੋਸ਼ਿਸ਼ ਕਰਦੀ ਹੈ ਵੀ ਘੱਟ ਤੋਂ ਘੱਟ ਇਹਦਾ ਜਿਹੜਾ ਰੇਟ ਆ ਰੱਖਿਆ ਜਾਵੇ, ਵੀ ਘੱਟ ਤੋਂ ਘੱਟ ਲੋਕ ਸਾਡੀ ਜਿਹੜੀ ਕੰਪਨੀਆਂ ਨੂੰ ਲੀਵ ਕਰਕੇ ਜਾਣ। ਠੀਕ ਹੈ, ਇਹਨੂੰ ਧਿਆਨ ਨਾਲ ਰਿਵਾਈਜ਼ ਕਰ ਲਿਓ। ਨੈਕਸਟ ਵੀਡੀਓ ਦੇ ਵਿੱਚ ਆਪਾਂ ਅਗਲੇ ਜਿਹੜੇ ਟੌਪਿਕ ਨੇ ਰਿਕਰੂਟਮੈਂਟ ਨੂੰ ਡਿਟੇਲ 'ਚ ਪੜ੍ਹਾਂਗੇ। ਠੀਕ ਹੈ।